ਅਸਲਾਮ ਵਾਲੇਕਮ ਜੀ। ਕੀ ਹਾਲ ਨੇ ਵੀਰਾਂ ਦੇ। ਉਮੀਦ ਹੈ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਵੀਰ ਜੀ ਅਸੀਂ ਵੀ ਠੀਕ ਠਾਕ ਹਾਂ। ਅੱਲਾ ਖੈਰ ਕਰੇ। ਅਸੀਂ ਵੀ ਮਾਸ਼ਾਅੱਲਾ ਬਿਲਕੁਲ ਫਿੱਟ ਫਾਟ ਆ। ਸਿਹਤ ਪਿੱਛੇ ਜੇ ਵਾਵਾ ਖਰਾਬ ਹੋਈ ਸੀ ਲੇਕਿਨ ਹੁਣ ਸੈੱਟ ਆ। ਅੱਲਾ ਖੈਰ ਕਰੇ। ਅੱਲਾ ਪਾਕ ਨੇ ਆਪਣੀ ਰਹਿਮਤ ਕੀਤੀ। ਤੇ ਅੱਜ ਮੈਂ ਯਾਰ ਸੋਚਿਆ ਕਿ ਆਪ ਹੀ ਭਰਾਵਾਂ ਨਾਲ ਘੜੀ ਇੱਕ ਗੱਪ ਲਾ ਲੈਂਦਾ ਵਾ। ਵੀਡੀਓ ਯਾਰ ਵੇਖ ਲਿਆ ਕਰੋ ਸਾਰੀ, ਕੋਈ ਗੱਲ ਨਹੀਂ, ਮਾੜੇ ਬੰਦੇ ਦੀ ਵੀ ਵੀਡੀਓ ਵੇਖ ਲਿਆ ਕਰੋ। ਤੇ ਇਨਸ਼ਾਅੱਲਾ ਇਹ ਚੈਨਲ ਜਿਹੜਾ ਵਾ ਟੈਲੈਂਟ ਕਬੂਤਰਬਾਜੀ ਦਾ, ਇਹ ਤੁਹਾਡਿਆਂ ਭਰਾਵਾਂ ਦੀ ਖਿਦਮਤ ਵਾਸਤੇ ਹੀ ਬਣਾਇਆ ਵਾ। ਤੇ ਯਾਰ ਤੁਸਾਂ ਯਕੀਨ ਕਰਕੇ ਜਾਣੋ ਨਾ, ਦਿਲ ਹੀ ਖੁਸ਼ ਕਰ ਛੜਿਆ। ਇੰਨੀ ਅੱਲਾ ਦੀ ਕਸਮੇ ਇੱਜ਼ਤ ਤੁਸਾਂ ਦਿੱਤੀ ਹੈ ਨਾ, ਇੰਨੀ ਇੱਜ਼ਤ ਦਿੱਤੀ ਹੈ ਯਾਰ, ਯਕੀਨ ਕਰਕੇ ਜਾਣੋ ਮੈਂ ਤੁਹਾਨੂੰ ਆਪਣੀ ਨਾ ਖੁਸ਼ੀ ਇਜ਼ਹਾਰ ਹੀ ਨਹੀਂ ਕਰ ਸਕਦਾ। ਤੇ ਇਹ ਤੁਹਾਡੀਆਂ ਵੀਰਾਂ ਦੀਆਂ ਮੁਹੱਬਤਾਂ ਨੇ ਯਾਰ, ਚਸ ਬੰਨ੍ਹ ਦਿੱਤੀ ਹੈ ਸਾਨੂੰ ਵੀ ਤੁਸੀਂ ਨਾ, ਬਹੁਤ ਰਿਸਪੌਂਸ ਦਿੱਤਾ ਯਾਰ। ਤੇ ਯਕੀਨ ਕਰਕੇ ਜਾਣੀ ਤੁਹਾਡੀਆਂ ਮੁਹੱਬਤਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਯਾਰ, ਯਕੀਨ ਕਰਕੇ ਜਾਣੋ। ਫਿਰ ਬਾਰ-ਬਾਰ ਮੈਂ ਇਹ ਗੱਲ ਵੀਰਾਂ ਨੂੰ ਆਨਾ ਕਿ ਮੈਂ ਤੁਹਾਡਾ ਦੇਣ ਹੀ ਨਹੀਂ ਦੇ ਸਕਦਾ ਯਾਰ। ਤੁਸੀਂ ਠਾਹ ਫੜ ਕੇ ਯਾਰ ਬੰਨ ਛੜੀ ਹੈ ਯਾਰ, ਠੀਕ ਆ, ਤੇ ਠਾਹ ਬੰਨ ਛੜੀ ਹੈ ਯਾਰ, ਯਕੀਨ ਕਰਕੇ ਜਾਣੋ ਤੁਸੀਂ, ਚਾਸ ਕਰਾ ਛੜੀ ਆ। ਤੇ ਵੀਰ ਜੀ ਗੱਲ ਅੱਜ ਭਰਾਵਾਂ ਨਾਲ ਕਰਨੀ ਆ। ਸਭ ਤੋਂ ਪਹਿਲੋਂ ਗੱਲ ਕਰਨੀ ਆ ਕਬੂਤਰਾਂ ਦੇ ਹਵਾਲੇ ਨਾਲ ਵੀ ਇੱਕ ਛੋਟੀ ਜੀ ਗੱਲ ਕਰਾਂਗੇ ਆਪਾਂ, ਠੀਕ ਆ। ਤੁਹਾਨੂੰ ਕਬੂਤਰ ਪੁੱਟਣ ਦਾ ਤਰੀਕਾਕਾਰ ਦੱਸਾਂਗੇ ਕਿ ਕਬੂਤਰ ਕਿੰਝ ਪੁੱਟਣੇ ਆ, ਠੀਕ ਆ। ਤੇ ਇਨਸ਼ਾਅੱਲਾ ਅੱਲਾ ਖੈਰ ਕਰੇ। ਗੱਲ ਤੇ ਵੀਰਾਂ ਨਾਲ ਇਹ ਕਰਨੀ ਆ ਵੀ ਯਾਰ ਬਾਰ-ਬਾਰ ਮੈਂ ਨਾ ਕਰਨਾ, ਖਾਸ ਕਰ ਜਿਹੜੇ ਕੁਛ ਜ਼ਿਆਦਾ ਨਹੀਂ, ਕੁਛ ਸਾਡੇ ਇੱਧਰ ਯਾਰ ਯੂਟਿਊਬਰ ਨੇ ਨਾ, ਉਹ ਯਾਰ ਉਧਰ ਦੇ ਜਦੋਂ ਪੰਜਾਬ ਚੜ੍ਹਦੇ ਪੰਜਾਬ ਦੇ ਜਿਹੜੇ ਸਾਡੇ ਵੀਰ ਨੇ ਨਾ, ਸਰਦਾਰ ਵੀਰ ਨੇ, ਉਹਨਾਂ ਨਾਲ ਯਾਰ ਰਾਬਤਾ ਜਦੋਂ ਹੁੰਦਾ ਨਾ ਤੇ ਉਹਨਾਂ ਨੂੰ ਆਂਦੇ ਨੇ ਵੀ ਯਾਰ ਨਾ ਪੈਸੇ ਸਾਨੂੰ ਦਿਓ, ਤੁਹਾਨੂੰ ਖੇਡ ਦੱਸਦੇ ਆ। ਯਾਰ ਮੇਰੀ ਗੱਲ ਸੁਣ ਲਓ, ਗੱਲ ਉਹ ਹੀ ਆ ਕਿ ਗੂੰ ਖਾਦਿਆਂ ਕਦੀ ਕਿਲਤਾਂ ਨਹੀਂ ਨਿਕਲੀਆਂ। ਤੇ ਯਾਰ ਗੱਲ ਇਹ ਵਾ, ਸਰਦਾਰੀਆਂ ਨਹੀਂ ਕਦੀ ਲੱਭੀਆਂ ਇੰਜ। ਤੇ ਕੁਛ ਆਪਣੀ ਇੱਜ਼ਤ ਦਾ ਖਿਆਲ ਕਰੋ ਤੇ ਕੁਛ ਸਾਡੀ ਦਾ ਵੀ ਕਰੋ। ਕੁਛ ਵੀ ਨਹੀਂ ਯਾਰ ਬਣਦਾ, 10-15 ਹਜ਼ਾਰ ਰੁਪਈਏ ਨਾਲ ਕੁਛ ਨਹੀਂ ਜੋ ਬਣਦਾ। ਖੁਦਾ ਦੀ ਕਸਮੇ 10,000 ਰੁਪਈਆ ਖਾਲੀ ਉੱਥੇ 4 ਜੀ ਅੱਡੇ ਤੇ ਕਿਸੇ ਨੂੰ ਜੂਸ ਪਿਆਉਣਾ ਪੈ ਜੇ ਤੇ 5-7 ਹਜ਼ਾਰ ਰੁਪਈਆ ਜਾਂਦਾ ਰਹਿੰਦਾ। ਤੇ ਯਾਰ ਕੁਛ ਵੇਖਿਆ ਸੋਚਿਆ ਕਰੋ ਯਾਰ, ਕੁਛ ਕੋਈ ਫਰਕ ਵੀ ਨਹੀਂ ਪੈਂਦਾ ਯਾਰ। ਤੇ ਦੂਸਰੀ ਗੱਲ ਇਹ ਕਿ ਇਹ ਗੱਲ ਭਰਾਵਾਂ ਨਾਲ ਕਰਨੀ ਸੀ। ਤੇ ਦੂਸਰੀ ਗੱਲ ਇਹ ਕਿ ਵੀਰ ਜੀ ਕੁਛ ਸਾਡੇ ਭਰਾ ਜਿਹੜੇ ਨਾ ਮਸਲ ਮੈਨੂੰ ਫੋਨ ਮਾਰਦੇ ਆ, ਤੇ ਉਹਨਾਂ ਨੂੰ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਵਟਸਐਪ ਮੈਂ ਨੰਬਰ ਜਿਹੜਾ ਲਾਇਆ ਨਾ, ਇਹਦੇ ਤੇ ਮੇਰੀ ਵਟਸਐਪ ਬਣੀ ਹੈ। ਵਟਸਐਪ ਬਣਾ ਕੇ ਮੇਰੇ ਵੀਰ ਮੈਨੂੰ ਮੈਸੇਜ ਕਰਿਆ ਕਰੋ। ਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜੇ ਕਿਸੇ ਨੂੰ ਮਸਲ ਮੈਸੇਜ ਨਹੀਂ ਹੁੰਦਾ, ਕੋਈ ਰਹਿ ਜਾਂਦਾ ਬੰਦਾ, ਜਵਾਬ ਨਹੀਂ ਦਿੱਤਾ ਜਾਂਦਾ ਮੇਰੇ ਕੋਲ, ਉਹਦੇ ਵਾਸਤੇ ਮੈਂ ਮਾਜ਼ਰਤ ਬਾਅਦ 'ਚ ਮੈਸੇਜ ਕਰ ਲਿਆ ਕਰੋ। ਮੈਂ ਕੋਸ਼ਿਸ਼ ਕਰਨਾ ਕਿ ਆਪਣੇ ਭਰਾਵਾਂ ਨੂੰ ਟਾਈਮ ਦੇਣ ਦਾ, ਕਿ ਪੂਰਾ ਟਾਈਮ ਦੇਵਾਂ, ਕਿਉਂਕਿ ਜ਼ਿਮੀਂਦਾਰ ਬੰਦੇ ਆ ਯਾਰ, ਆਪਾਂ ਵੀ ਮਾਤੜ ਜੇ ਬੰਦੇ ਆ, ਕੋਈ ਏਡੇ ਆਪਾਂ ਲੈਣ ਲਾਟ ਨਹੀਂ। ਗੱਲਾਂ ਆਪਣੀਆਂ ਸਿੱਧੀਆਂ ਨੇ ਯਾਰ ਤੁਹਾਡੇ ਨਾਲ ਭਰਾਵਾਂ ਨਾਲ। ਤੇ ਆਪਾਂ ਵੀ ਕੋਈ ਬੱਚਿਆਂ ਦਾ ਯਾਰ ਰਿਜ਼ਕ ਕਮਾਉਣਾ ਹੁੰਦਾ, ਕਿਤੇ ਦਿਹਾੜੀ ਕਿਤੇ ਚੌਰੀ ਸਾਹਿਬ ਜੀ ਸਵੇਰੇ ਕੋਈ ਡੰਗਰਾਂ ਜੋਗੇ ਆਗ ਲਾਉਣੇ ਹੁੰਦੇ ਨੇ ਭਰਾਓ। ਤੇ ਕਦੀ ਅੱਜ ਹੁਣ ਸਵੇਰ ਦਾ ਪਾਣੀ ਲਾਇਆ ਸੀ, ਹੁਣ ਵਿਹਲਾ ਆਇਆ, ਮੈਂ ਕਿਹਾ ਆਪ ਹੀ ਭਰਾਵਾਂ ਨਾਲ ਅੱਜ ਗੱਪ ਲਾ ਲੈਣਾ ਯਾਰ, ਵੀਡੀਓ ਰਹਿ ਨਾ ਜਾਵੇ। ਤੇ ਬਾਕੀ ਗੱਲਾਂ ਹੁਣ ਵੀਰ ਆਪਾਂ ਕਰਾਂਗੇ ਤੁਹਾਡੇ ਨਾਲ ਨਾ ਕਬੂਤਰਾਂ ਦੀ ਪਟਾਈ ਦੇ ਹਵਾਲੇ ਨਾਲ। ਸਭ ਤੋਂ ਪਹਿਲਾਂ ਤੇ ਗੱਲ ਹੈ ਕਿ ਯਾਰ ਇਹ ਵੀਡੀਓ ਕੋਈ 10 ਦਿਨ ਪਹਿਲਾਂ ਮੈਨੂੰ ਬਣਾਉਣੀ ਚਾਹੀਦੀ ਸੀ, ਲੇਟ ਥੋੜ੍ਹਾ ਜਿਹਾ ਹੋ ਗਿਆ। ਕੁਛ ਵੀਰਾਂ ਸਾਡਿਆਂ ਕਬੂਤਰ ਪੁੱਟ ਲਏ ਨੇ, ਤੇ ਜਿਨ੍ਹਾਂ ਨਹੀਂ ਪੁੱਟੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਬੰਦੇ ਮੇਰੀ ਵੀਡੀਓ ਵੇਖਣ, ਸਭ ਤੋਂ ਪਹਿਲਾਂ ਕਬੂਤਰਾਂ ਨੂੰ ਹੁਣ ਜਲਾਬ ਕਰਾ ਦਿਓ। ਜਲਾਬ ਕਾਹਦਾ ਕਰਾਉਣਾ? ਔਕਸਾਫੈਕਸ ਦਾ ਤੁਸੀਂ ਜਲਾਬ ਕਰਾਉਣਾ ਵਾ। ਕਿਸੇ ਦੀ ਨਾ ਮੰਨੋ, ਸਮਝਦੇ ਗੱਲ ਨੂੰ, ਤੁਸੀਂ ਮੇਰੀ ਮੰਨ ਕੇ ਅੱਲਾ ਦੇ ਹੁਕਮ ਨਾਲ ਔਕਸਾਫੈਕਸ ਦਾ ਜਲਾਬ ਕਰਾ ਦਿਓ। ਇਹਦੇ ਨਾਲ ਦਾ ਜਲਾਬ ਹੈ ਹੀ ਕੋਈ ਨਹੀਂ, ਠੀਕ ਆ। ਤੇ ਰਹੀਆਂ ਵੀਰ ਜੀ ਦੇਸੀ ਜਲਾਬ ਬਹੁਤ ਸਾਰੇ ਨੇ ਯਾਰ, ਉਹਨਾਂ ਦਾ ਵੀ ਤੁਹਾਨੂੰ ਤਰੀਕਾਕਾਰ ਵੀ ਦੱਸਾਂਗਾ ਮੈਂ ਇਨਸ਼ਾਅੱਲਾ ਦੇਣ ਦਾ। ਉਹਨਾਂ ਦਾ ਵੀ ਜਦੋਂ ਟਾਈਮ ਆਇਆ ਉਹ ਵੀ ਤੁਹਾਨੂੰ ਦੱਸਾਂਗਾ, ਤੇ ਕਿੱਦਾਂ ਉਹ ਵੀ ਦੇਣਾ ਵਾ, ਤੇ ਕਦੋਂ ਉਹਨਾਂ ਦਾ ਟਾਈਮ ਆਉਣਾ ਵਾ ਉਹ ਵੀ ਤੁਹਾਨੂੰ ਮੈਂ ਦੱਸਾਂਗਾ। ਹੁਣ ਤੁਸੀਂ ਔਕਸਾਫੈਕਸ ਨਾਲ ਕਬੂਤਰ ਖਾਲੀ ਕਰੋ, ਯਕੀਨ ਕਰਕੇ ਜਾਣੋ। ਤੁਸੀਂ ਅੱਧੀ ਸੀਸੀ ਔਕਸਾਫੈਕਸ 10 ਸੀਸੀ ਨਾਲ ਪਾਣੀ ਸੁਬਾਹ ਉੱਠ ਕੇ ਕਬੂਤਰਾਂ ਨੂੰ ਦਿਓ। ਦੇਣ ਤੋਂ ਪਹਿਲਾਂ ਗੁੜ ਦੇ ਲਓ, ਠੀਕ ਹੈ। ਜਿਨ੍ਹਾਂ ਬੰਦਿਆਂ ਕੋਲ ਕਬੂਤਰ ਮਸਲਨ 25 30 40 ਪੁੱਟਣ ਵਾਲੇ ਨਾ, ਉਹ ਤੁਸੀਂ ਇਸ ਹਿਸਾਬ ਨਾਲ ਸੀਸੀਆਂ ਵਾਲੇ ਟੀਕੇ ਆਉਂਦੇ ਨੇ, ਪਾਣੀ ਟੀਕੇ ਨਾਲ ਪਹਿਲਾਂ 10 ਸੀਸੀ ਦੇ ਹਿਸਾਬ ਨਾਲ ਟੀਕੇ ਭਰ ਕੇ ਪਾ ਲਓ। ਮੁੜ ਕੇ ਉਹ ਜਿੰਨੀ ਸੀਸੀਆਂ ਪਾਉਣੀਆਂ ਨੇ, ਜਿੰਨੇ ਕਬੂਤਰ ਨੇ ਅੱਧੀ ਸੀਸੀ ਦੇ ਹਿਸਾਬ ਨਾਲ, ਥੋੜ੍ਹਾ ਜਿਹਾ ਘੱਟ ਵੀ ਹੋ ਜਾਏ ਯਾਰ ਕੋਈ ਗੱਲ ਨਹੀਂ, ਉਹ ਵਿੱਚ ਨਾ ਔਕਸਾਫੈਕਸ ਸ਼ਰਬਤ ਪਾ ਲਓ। ਸ਼ਰਬਤ ਨੂੰ ਪਹਿਲਾਂ ਹਿਲਾ ਲਓ ਸ਼ੀਸ਼ੀ ਨੂੰ, ਠੀਕ ਆ। ਤੇ ਹਿਲਾ ਕੇ ਤੇ ਕਬੂਤਰਾਂ ਨੂੰ ਦਿਓ ਤੁਸੀਂ ਜਲਾਬ ਭਾਜੀ। ਤੇ ਕਬੂਤਰ ਤੁਹਾਡੇ ਅੱਲਾ ਦੇ ਹੁਕਮ ਨਾਲ ਜਿਨ੍ਹਾਂ ਬੰਦਿਆਂ ਨੇ 20 ਦਿਨਾਂ ਨੂੰ ਪੁੱਟਣੇ ਨਾ, ਤੇ 20 ਦਿਨਾਂ ਤੱਕ ਕਬੂਤਰ ਤੁਹਾਡੇ ਦਾਣਾ ਵੀ ਚੰਗਾ ਸੋਹਣਾ ਖਾਣਗੇ, ਠੀਕ ਹੈ। ਤੇ ਤੁਹਾਡੇ ਕਬੂਤਰ ਜਾਨ 'ਚ ਵੀ ਹੋ ਜਾਣਗੇ, ਤਾਕਤ 'ਚ ਵੀ ਹੋ ਜਾਣਗੇ। ਫਿਰ ਦੂਸਰਾ ਗੱਲ ਇਹ ਕਿ ਪੁੱਟਣ ਲੱਗੇ ਕਬੂਤਰ ਯਾਰ ਜਿਹੜੀਆਂ ਛੋਟੀਆਂ ਬੱਚੀਆਂ ਉਤਲੀਆਂ ਪੁੱਟਦੇ ਹੁੰਦੇ ਜੀ, ਉਹਨੇ ਛੋਟੇ ਪਰ ਨਾ ਪੁੱਟਿਆ ਕਰੋ ਕਬੂਤਰਾਂ ਦੇ।
ਕੋਈ ਜ਼ਰੂਰਤ ਹੀ ਨਹੀਂ ਉਹਨਾਂ ਦੇ ਪਰ ਪੁੱਟਣ ਦੀ। ਉਹ ਕਬੂਤਰਾਂ ਦੇ ਹੁਣ ਪਰ ਜਿਨ੍ਹਾਂ ਦੇ ਮਸਲ 10 ਪਰ ਸਾਫ਼ ਹੋਏ ਨੇ ਝਾੜ ਕੇ, ਉਹਨਾਂ ਦੇ ਉਹ ਨਵੇਂ ਆਏ ਨੇ। ਤੇ ਯਾਰ ਇਹ ਭਾਵੇਂ ਤੁਸੀਂ ਨਵੇਂ ਹੋਣ ਤੇ ਭਾਵੇਂ ਪੁਰਾਣੇ ਹੋਣ, ਜਿਹੜੇ ਕਬੂਤਰ 10 ਪਰ ਸਾਫ਼ ਹੋਏ ਨੇ ਕਿਹੜੇ ਬੱਚੇ ਨੇ। ਇਹਨਾਂ ਨੇ ਯਕੀਨ ਕਰਕੇ ਜਾਣੋ ਇਹ ਪਰ ਜਾ ਕੇ ਉਦੋਂ ਹੀ ਸੁੱਟਣੇ ਨੇ ਜਦੋਂ ਸਾਰਾ ਕਬੂਤਰ ਨੇ ਪਰੀ ਪੈਣਾ। ਵੇਖ ਲਿਓ ਤੁਸੀਂ ਕਿ ਪਹਿਲੀ ਜਦੋਂ ਪਰ ਪਹਿਲੀ ਕਲੀ ਸੁੱਟਣੀ ਹੈ ਨਾ ਕਬੂਤਰ ਨੇ, ਝਾੜੇ ਪੈਣਾ ਹੈ ਤੇ ਨਾਲ ਹੀ ਉਹਨੇ ਬੱਚੀ ਸੁੱਟਣੀ ਆ, ਭਾਵੇਂ ਪੁਰਾਣੀ ਹੋਵੇ ਤੇ ਭਾਵੇਂ ਤੁਸੀਂ ਪੁੱਟ ਕੇ ਲਿਆਂਦੀ ਹੋਵੇ। ਤੇ ਉਹਦੇ ਤੋਂ ਬਹੁਤ ਬਿਹਤਰ ਇਹ ਕਿ ਛੋਟਾ ਜਿਹਾ ਪਰਿੰਦਾ ਇਹਨੂੰ ਤਕਲੀਫ ਯਾਰ ਨਾ ਦਿਓ, ਸਮਝਦੇ ਗੱਲ ਨੂੰ। ਤੇ ਜਿੰਨਾ ਤੁਸੀਂ ਇਹਨੂੰ ਖੁਸ਼ਹਾਲੀ ਨਾਲ ਪੁੱਟੋਗੇ ਨਾ ਓਨਾ ਹੀ ਬਹੁਤਾ ਤੁਹਾਨੂੰ ਇਹ ਸਵਾਦ ਦੇਗਾ, ਉਹਨੇ ਪਰ ਵੀ ਚੰਗੇ ਆਉਣਗੇ। ਠੀਕ ਆ। ਤੇ ਕੋਈ ਇਹਨਾਂ ਦਿਨਾਂ 'ਚ ਰਹਿਣ ਸਹਿਣ ਜਦੋਂ ਕਬੂਤਰ ਪੁੱਟ ਲੈਣੇ ਨੇ ਚੰਗਾ ਰੱਖਿਓ। ਥੱਲੇ ਕੋਈ ਬੂਰਾ ਬਾਰਾ ਬੰਦਾ ਪਾ ਲੈਂਦਾ ਵਾ ਕਬੂਤਰਾਂ ਦੇ ਪੁੱਟ ਕੇ, ਬੂਰਾ ਨਹੀਂ ਪਾਉਣਾ। ਤੇ ਖੁੱਡੇ ਛੱਡੇ ਸਾਫ਼ ਸੋਹਣੇ ਰੱਖਿਓ, ਕਿਉਂਕਿ ਧੁੱਪਾਂ ਹੁਣ ਲੱਗਣ ਡਹਿ ਪੈਣੀਆਂ ਨੇ। ਅੱਲਾ ਖੈਰ ਕਰੇ, ਇਨਸ਼ਾਅੱਲਾ ਲੱਗਣੀਆਂ ਹੀ ਨੇ ਤੇ ਅੱਲਾ ਪਾਕ ਬਿਹਤਰ ਕਰੇਗਾ। ਅੱਗੋਂ ਅੱਲਾ ਖੈਰ ਕਰੇ ਸ਼ਿਕਾਰ ਦੇ ਦਿਨ ਆ ਜਾਣੇ ਨੇ, ਫਿਰ ਇਨਸ਼ਾਅੱਲਾ ਅੱਲਾ ਪਾਕ ਦੇ ਹੁਕਮ ਨਾਲ ਵੀਰਾਂ ਨੂੰ ਜਿਹੜੇ ਮਗਰੋਂ ਪਟਾਈ ਤੋਂ ਬਾਅਦ ਕਬੂਤਰਾਂ ਨੂੰ ਜਲਾਬ ਕਰਾਉਣੇ ਆ ਉਹ ਵੀ ਭਰਾਵਾਂ ਨੂੰ ਦੱਸਾਂਗੇ ਤਰੀਕਾਕਾਰ ਵੀ ਕਿੱਦਾਂ ਕਬੂਤਰਾਂ ਨੂੰ ਮੁੜ ਕੇ ਧੁੱਪਾਂ ਛੁੱਪਾਂ ਸਿਕਾਉਣ ਵਾਸਤੇ ਵੀ ਫਿਰ ਇੱਕ ਇਹਦੇ ਵਾਸਤੇ ਛੋਟਾ ਜਿਹਾ ਇੱਕ ਵਲੋਗ ਕਰਾਂਗੇ ਭਰਾਵਾਂ ਵਾਸਤੇ। ਤੇ ਫਿਰ ਇਨਸ਼ਾਅੱਲਾ ਅੱਲਾ ਖੈਰ ਕਰੇ ਕਬੂਤਰਾਂ ਨੂੰ ਡਾਉਣ ਦਾ ਵੀ ਤਰੀਕਾਕਾਰ ਪੂਰਾ ਦੱਸਾਂਗੇ। ਜਿਹੜਾ ਭਰਾ ਸਾਡੇ ਨਾਲ ਰਾਬਤਾ ਕਰੇਗਾ ਉਹਨੂੰ ਅਸੀਂ ਦੱਸਾਂਗੇ। ਜੇ ਕਿਸੇ ਹੋਰ ਕੋ ਕਿਸੇ ਬੰਦੇ ਦੀ ਜ਼ਰੂਰਤ ਹੋਵੇ ਉਹ ਵੀ ਆਪਾਂ ਹਾਜ਼ਰ ਆ, ਕੋਸ਼ਿਸ਼ ਕਰਨੇ ਆ ਕਿ ਆਪਾਂ ਬੰਦਿਆਂ ਨੂੰ ਰਾਜੀ ਕਰਨ ਦੀ। ਬਾਕੀ ਯਾਰ ਦੁਨੀਆ ਵਾ ਰਾਜੀ ਨਹੀਂ ਹੁੰਦੀ ਭਰਾਵਾ, ਮੈਂ ਬੜਾ ਹੀ ਹਿਸਾਬ ਲਾ ਲਿਆ। ਚੈਨਲ ਵੀ ਮੈਂ ਬਣਾਇਆ ਸੀ ਭਰਾਵਾਂ ਦੀ ਖਿਦਮਤ ਵਾਸਤੇ ਹੀ ਬਣਾਇਆ। ਕੁਛ ਵੀਰਾਂ ਨੇ ਇੱਜ਼ਤ ਬਹੁਤ ਜ਼ਿਆਦਾ ਦਿੱਤੀ, ਉਹਨਾਂ ਨੇ ਚੈਨਲ ਬੰਦ ਵੀ ਨਹੀਂ ਕਰਨ ਦਿੱਤਾ। ਕੁਛ ਬੰਦੇ ਆਣ ਕੇ ਭਰਾਵਾ ਚੈਨਲ ਦੇ ਉੱਤੇ ਥੱਲੇ ਕਮੈਂਟ ਕਰਦੇ ਨੇ ਛੋਟੀ ਵੀਡੀਓ ਬਣਾਓ, ਤੰਗ ਵੀ ਆ ਜਾਂਦੇ ਨੇ। ਤੇ ਯਾਰ ਵੀਡੀਓ ਹੁੰਦੀ ਆ ਕਿਸੇ ਨੂੰ ਬੰਦਾ ਕਿਸੇ ਤਰੀਕੇ ਕਾਰਨ ਬੰਦਾ ਗੱਲ ਸਮਝਾਵੇ, ਕਿਸੇ ਦੀ ਸਮਝ ਆ ਜੇ। ਸਭ ਤੋਂ ਪਹਿਲਾਂ ਯਕੀਨ ਦੀ ਗੱਲ ਹੁੰਦੀ ਆ, ਵੀਡੀਓ ਵੇਖੋਗੇ ਤੇ ਫੇਰ ਹੀ ਪਤਾ ਲੱਗਦਾ ਹੈ। ਉਹ ਜਿਵੇਂ ਨਾ ਕੋਈ ਹਕੀਮ ਸੀ ਕੀ ਜਿਹੜਾ ਮੈਂ ਗੱਲ ਕੀਤੀ ਆ, ਉਹਦੇ ਕੋਲ ਨਾ ਕੋਈ ਬੰਦਾ ਸਾਡੇ ਵਰਗਾ ਮਾਤੜ ਹਕੀਮ ਕੋ ਦਵਾਈ ਲੈਣ ਚਲ ਗਿਆ ਢਿੱਡ ਪੀੜ ਦੀ ਜਾਂ ਸਿਰ ਪੀੜ ਦੀ ਲਾ ਲਓ। ਉਹ ਹਕੀਮ ਨੇ ਨਾ ਉਹਨੂੰ ਇੱਕ ਸ਼ਰਬਤ ਦੀ ਬੋਤਲ ਭਰ ਕੇ ਦੇ ਦਿੱਤੀ। ਉਹ ਜਦੋਂ ਸ਼ਰਬਤ ਦੀ ਬੋਤਲ ਦੇ ਦਿੱਤੀ ਤੇ ਉਹਨੇ ਰੁਪਈਏ ਮੰਗ ਲਏ 50। ਉਹ ਜਿਹੜਾ ਸਾਡੇ ਵਰਗਾ ਮਾਤੜ ਸੀ ਨਾ ਉਹ ਡਹਿ ਪਿਆ ਤਰਲੇ ਕਰਨ ਵੀ ਹਕੀਮ ਸਾਹਿਬ ਕੋਈ ਛੱਡੋ, ਮਾੜਾ ਸੀ ਵਿਚਾਰਾ। ਤੇ ਉਹ ਆਖੇ ਯਾਰ ਮੈਂ ਤੈਨੂੰ ਕੀ ਛੱਡਾਂ ਇਹਦੇ ਵਿੱਚੋਂ, ਠੀਕ ਹੈ ਵੀ 50 ਦੇ ਅੱਗੇ ਤੇਰੇ ਕੋਲ ਲਏ ਆ। ਉਹ ਇਸ ਤਰ੍ਹਾਂ ਰੌਲਾ ਰੱਪਾ ਬਣਿਆ ਸੀ ਤੇ ਉਹਨਾਂ 'ਚ ਉਹਨੂੰ ਇੱਕ ਪਾਰਟੀ ਨਾ ਟਿਊੜੀ ਗੱਡੀ ਤੇ ਆ ਗਈ। ਉਹ ਜਦੋਂ ਟਿਊੜੀ ਤੇ ਆ ਗਈ ਤੇ ਭਾਜੀ ਉਹ ਨਾ ਮਾੜਾ ਬਾਹਰ ਨਿਕਲ ਗਿਆ ਤੇ ਉਹ ਅੰਦਰ ਬਹਿ ਗਏ। ਉਹਨਾਂ ਹਕੀਮ ਨੂੰ ਨਬਜ ਨੁਬਜ ਵੇਖੀ ਹਕੀਮ ਨੇ ਚੌਧਰੀ ਸਾਹਿਬ ਜੀ ਨਾ ਉਹਨਾਂ ਨੂੰ ਉਸੇ ਹੀ ਬੋਤਲ ਦੇ ਵਿੱਚੋਂ ਸ਼ਰਬਤ ਪਾ ਕੇ ਦਿੱਤਾ ਤੇ ਰੁਪਈਆ 10,000 ਲੈ ਲਿਆ। ਤੇ ਉਹ ਜਿਹੜਾ ਮਾੜਾ ਸੀ ਨਾ ਉਹਨੇ ਵੇਖਿਆ ਵੀ ਯਾਰ ਉੱਥੋਂ ਹੀ ਮੈਨੂੰ ਭਰ ਕੇ ਦਿੱਤਾ ਤੇ ਉੱਥੋਂ ਹੀ ਉਹਨੂੰ, ਤੇ ਰੁਪਈਆ ਉਹਦੇ ਕੋਲ 10,000 ਲਿਆ, ਮੇਰੇ ਕੋਲ 50। ਉਹ ਮਾੜਾ ਫੇਰ ਚਲ ਗਿਆ। ਉਹਨੇ ਜਾ ਕੇ ਫੇਰ ਚੌਧਰੀ ਸਾਹਿਬ ਜੀ ਨਾ ਉਹਨੇ ਆਖਿਆ ਵੀ ਹਕੀਮ ਸਾਹਿਬ ਪੈਸਿਆਂ ਨੂੰ ਤੁਸੀਂ ਛੱਡੋ, ਮੈਨੂੰ ਇਹ ਗੱਲ ਦੱਸੋ ਵੀ ਬੋਤਲ ਉਸੇ 'ਚੋਂ ਹੀ ਦਿੱਤਾ ਵਾ ਪਾਣੀ ਤੇ ਸ਼ਰਬਤ ਦਿੱਤਾ ਵਾ, ਮੇਰੇ ਕੋਲ ਤੁਸੀਂ 50 ਲਏ ਤੇ ਉਧਰੋਂ 50 ਹੀ 10,000 ਲੈ ਲਿਆ। ਉਹਨੇ ਆਖਿਆ ਕਮਲਿਆ ਤੂੰ ਇਸ 50 'ਚੋਂ ਵੀ ਤਰਲੇ ਲੈਣੇ, ਤੇਰੇ ਕੋਲ ਤੇ ਮੈਂ ਲਈ ਸ਼ੈ ਹੀ ਕੋਈ ਨਹੀਂ, ਮੈਂ ਤੇ ਆਪਣੇ ਸ਼ਰਬਤ ਦੀ ਕੀਮਤ ਵੀ ਨਹੀਂ ਲਈ ਕਿ ਤੂੰ ਮਾੜਾ ਬੰਦਾ। ਤੇ ਯਾਰ ਜੇ ਉਹ ਬੰਦੇ ਸੀ ਟਿਊੜੀ ਵਾਲੇ ਤਗੜੇ, ਤੇ ਉਹਨੇ ਜੇ ਮੈਂ ਉਹਨਾਂ ਨੂੰ ਦਿੰਦਾ 50 ਦੀ ਤੇ ਉਹਨਾਂ ਇੱਥੇ ਬਾਹਰ ਨਿਕਲ ਕੇ ਰੂੜੀ ਤੇ ਰੁੜ ਜਾਣਾ ਸੀ ਪਿੰਡੋਂ ਨਿਕਲਦਿਆਂ ਸਾਰੀ। ਤੇ ਗੱਲ ਇਹ ਸਭ ਤੋਂ ਪਹਿਲਾਂ ਇਨਸਾਨ ਦਾ ਯਕੀਨ ਕੰਮ ਲਿਆ। ਤੇ ਦੂਸਰਾ ਨੰਬਰ ਫਿਰ ਮੇਰੀ ਇੱਕ ਵਾਰੀ ਰਿਕਵੈਸਟ ਆ ਉਸਤਾਦਾਂ ਬੰਦਿਆਂ ਨੂੰ ਕਿ ਜਿਹੜੇ ਉਸਤਾਦ ਬੰਦੇ ਸਾਡੇ ਉਸਤਾਦ ਲੋਕ ਨੇ ਨਾ, ਤੁਸੀਂ ਯਕੀਨ ਕਰਕੇ ਜਾਣੀ ਨਾ ਬੰਦਾ ਕੱਪਣ ਲੱਗੇ ਲੁੱਟਣ ਲੱਗੇ ਵੇਖ ਲਿਆ ਕਰੋ ਯਾਰ। ਤੇ ਸ਼ਾਗਿਰਦਾਂ ਨੂੰ ਵੀ ਉਂਝ ਤੇ ਵੇਖਣੀ ਚਾਹੀਦੀ ਆ, ਜਿਹੜੇ ਕਈ ਬੰਦੇ ਐਵੇਂ ਫਸ ਜਾਂਦੇ ਨੇ ਉਹਨਾਂ ਨੂੰ ਵੀ ਬੰਦਾ ਪਰਖ ਕੇ ਹੀ ਫਸਣਾ ਚਾਹੀਦਾ। ਤੇ ਜਿਹੜੇ ਉਸਤਾਦ ਨੇ ਯਾਰ ਖੈਰ ਮੇਰੇ ਜਿਨ੍ਹਾਂ ਨੂੰ ਬਹੁਤ ਸਾਰੇ ਉਸਤਾਦਾਂ ਦੇ ਸ਼ਾਗਿਰਦ ਬਾਹਰ ਵੀ ਨੇ, ਕਈ ਸ਼ਾਗਿਰਦ ਵੀ ਮਾਸ਼ਾਅੱਲਾ ਬਹੁਤ ਤਾਬਿਆਦਾਰ ਹੁੰਦੇ ਨੇ। ਅੱਲਾ ਨੇ ਉਹਨਾਂ ਨੂੰ ਦਿੱਤਾ ਹੀ ਇੰਨਾ ਹੁੰਦਾ ਵਾ ਕਿ ਉਹ ਕਮੀ ਆਉਣ ਹੀ ਨਹੀਂ ਦਿੰਦੇ ਉਸਤਾਦਾਂ ਨੂੰ ਕਿਸੇ ਸ਼ੈ ਦੀ। ਹੁਣ ਜਿਹੜਾ ਸ਼ਾਗਿਰਦ ਰੁਪਈਆ 5-7 ਲੱਖ ਕਮਾਉਂਦਾ ਉਹਨੂੰ ਕੀ ਆਂਦਾ ਉਸਤਾਦ ਦੀ 25-30 ਹਜ਼ਾਰ ਰੁਪਇਆ ਖਿਦਮਤ ਕਰਦੇ ਆ। ਤੇ ਮੈਂ ਉਹਨਾਂ ਉਸਤਾਦਾਂ ਨੂੰ ਆਨਾ ਵੀ ਯਾਰ ਜਿਨ੍ਹਾਂ ਦੇ ਸ਼ਾਗਿਰਦ ਕੋ ਬਾਹਰ ਬੂਰ ਨੇ ਨਾ ਕੋਈ ਦਵਾਈਆਂ ਦੁਈਆਂ ਉਧਰੋਂ ਮੰਗਾ ਲਿਆ ਕਰੋ। ਤੇ ਜਿਹੜੇ ਇਧਰੋਂ ਯਾਰ ਸਾਡੇ ਮਾਤੜ ਲੋਕ ਨੇ ਨਾ ਕਈ ਵਿੱਚ ਮਾੜੇ ਨੇ ਵਿਚਾਰੇ, ਉਹ ਕੋਈ ਆਂਡੇ ਵੇਚਣ ਡਿਆ ਆ, ਕੋਈ ਵਿਚਾਰਾ ਬਰਤਨ ਵੇਚਣ ਡਿਆ ਆ। ਸ਼ੌਕ ਜੀ ਮਾੜਿਆਂ ਬੰਦਿਆਂ ਦਾ, ਤੇ ਮਾੜਿਆਂ ਦਾ ਰਿਹਾ ਨਹੀਂ ਕੁੜੀ ਆ ਵਾ, ਇਹ ਮਾੜਿਆਂ ਦਾ ਰਿਹਾ ਹੀ ਨਹੀਂ ਯਾਰ। ਤੇ ਉਹਨਾਂ ਬੰਦਿਆਂ ਨੂੰ ਯਾਰ ਨਾ ਬੁਲਾਇਆ ਕਰੋ। ਆ ਫੇਰੀ ਫੂਰੀ ਵਾਲੇ ਜਿਹੜੇ ਮਾਤੜ ਬੰਦੇ ਨੇ ਨਾ ਇਹਨਾਂ ਨੂੰ ਬੁੱਤਾ ਲਾਇਆ ਕਰੋ ਯਾਰ। ਕਿੱਡੀਆਂ ਕੁ ਮਹਿੰਗੀਆਂ ਦਵਾਈਆਂ ਨੇ ਯਾਰ, ਮੇਰੇ ਨਾਲ ਰਾਬਤਾ ਕਰ ਲਿਆ ਕਰੋ ਯਾਰ, ਮੈਂ ਦੇ ਦਿਆ ਕਰਾਂਗਾ ਦਵਾਈਆਂ ਜਿਸ ਤਰ੍ਹਾਂ ਦੀਆਂ ਮੇਰੇ ਕੋਲ ਹੋਣਗੀਆਂ। ਠੀਕ ਹੈ ਉਸਤਾਦ ਤੇ ਆਪਾਂ ਮਾੜੇ ਜਿਹੇ ਹੀ ਆ, ਲੇਕਿਨ ਅੱਲਾ ਦੀ ਜ਼ਾਤ ਦਾ ਬੜਾ ਹੈ ਆਪਣੇ ਤੇ ਰਹਿਮਤ ਆ, ਬੜਾ ਹੀ ਅੱਲਾ ਪਾਕ ਦਾ ਸ਼ੁਕਰ ਆ ਵੀ ਬਾਜ਼ੀਆਂ ਆਪਾਂ ਕੋ ਜੇਤੀ ਲਈਦੀਆਂ ਨੇ 4 ਆਪਣੇ ਗੁਜ਼ਾਰੇ ਜੋਗੀਆਂ। ਸਾਲ ਫਿਰ ਦਾਣੇ ਪਾਉਣ ਜੋਗੇ ਕਬੂਤਰ ਆਪਾਂ ਨੂੰ ਕਰ ਹੀ ਦਿੰਦੇ ਨੇ ਯਾਰ।
ਤੇ ਇਸ ਤੋਂ ਮੈਂ ਇਹ ਗੱਲ ਆਨਾ ਵਾਂ ਕਿ ਯਾਰ ਹੱਥ ਪੋਲਾ ਰੱਖੋ। ਜਿਹੜੇ ਮਾੜੇ ਬੰਦੇ ਨੇ, ਅੱਲਾ ਦੀ ਕਸਮੇ ਤੁਸੀਂ ਰੱਬ ਨਾਲ ਭਿਆਲੀ ਕਰਕੇ ਵੇਖੋ ਯਾਰ। ਇਹ ਮਾੜਿਆਂ ਬੰਦਿਆਂ ਨੂੰ ਫੀਸ ਵੀ ਲੈ ਲਾ, ਇਹਨਾਂ ਦਾ ਸ਼ਿਕਾਰ ਕਰਾਓ ਯਾਰ। ਇਹਨਾਂ ਦੀ ਗੱਲ ਸੁਣਿਆ ਕਰੋ। ਜੇ ਅੱਲਾ ਪਾਕ ਤੁਹਾਨੂੰ ਕਿਸੇ ਗੱਲ ਦੀ ਕਮੀ ਆਉਣ ਦੇਵੇ ਤੇ ਯਾਰ ਆ ਜੱਟ ਗਵਾਹ ਵਿੱਚ ਬੈਠਾ ਆ, ਠੀਕ ਆ, ਮੇਰੇ ਨਾਲ ਰਾਬਤਾ ਕਰੋ ਯਾਰ। ਯਕੀਨ ਕਰਕੇ ਜਾਣੋ, ਇਹਨਾਂ ਮਾੜਿਆਂ ਦੀ ਜਿੰਨੀ ਤੁਸੀਂ ਖਿਦਮਤ ਕਰੋਗੇ ਨਾ, ਅੱਲਾ ਲਹਿਰਾਂ ਬਹਿਰਾਂ ਹੀ ਤੁਹਾਡੇ ਤੇ ਕਰ ਦੇਗਾ ਯਾਰ। ਤੇ ਠੀਕ ਹੈ ਯਾਰ, ਲਵ ਯੂ ਹੋ ਗਿਆ ਭਰਾਵਾਂ ਨੂੰ, ਤੇ ਦੁਆਵਾਂ 'ਚ ਯਾਦ ਰੱਖਿਓ।